ਹੈਲੋ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦਾ ਤਹਿ ਦਿਲੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ। ਪਿਆਰੇ ਵਿਦਿਆਰਥੀਓ, ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਇਸ ਗਣਿਤ ਵਿਸ਼ੇ ਦੇ ਵਿੱਚ ਪਿਛਲੇ ਵੀਡੀਓ ਦੇ ਵਿੱਚ ਆਪਾਂ ਅਭਿਆਸ 3 ਦੀ ਇੱਕ ਸ਼ੁਰੂ ਕੀਤੀ ਹੈ। ਉਸ ਦਾ ਸਵਾਲ ਨੰਬਰ 1, 2 ਅਤੇ 3 ਜਿਹੜਾ ਹੈ ਅਸੀਂ ਕੰਪਲੀਟ ਕਰ ਲਿਆ ਸੀ। 1, 2 ਅਤੇ 3। ਸੋ ਬੱਚਿਓ, ਅੱਜ ਅਸੀਂ ਇਸੇ ਅਭਿਆਸ ਦੇ ਤਹਿਤ ਜਿਹੜਾ ਹੈ ਸਵਾਲ ਨੰਬਰ 4 ਤੋਂ ਅੱਗੇ ਕਰਨ ਦੀ ਕੋਸ਼ਿਸ਼ ਕਰਾਂਗੇ, ਇਸ ਨੂੰ ਕਰਾਂਗੇ। ਸੋ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਸਾਰਿਆਂ ਅੱਗੇ ਕਿ ਪਿਆਰੇ ਬੱਚਿਓ, ਤੁਸੀਂ ਘਰਾਂ ਵਿੱਚ ਰਹਿਣਾ ਹੈ, ਸੇਫ ਰਹਿਣਾ ਹੈ, ਮਾਸਕ ਦੀ ਵਰਤੋਂ ਕਰਨੀ ਹੈ ਲਗਾਤਾਰ। ਬਾਹਰ ਨਿਕਲਦੇ ਹੋ ਤਾਂ ਮਾਸਕ ਦੀ ਵਰਤੋਂ ਜ਼ਰੂਰ ਕਰੋ। ਬਹੁਤ ਮੁਸ਼ਕਿਲ ਹੋਵੇ ਤਾਂ ਹੀ ਬਾਹਰ ਨਿਕਲੋ, ਵੈਸੇ ਬਾਹਰ ਨਾ ਨਿਕਲੋ। ਤੁਹਾਡੇ ਮਾਪੇ ਜਾਂ ਵੱਡੇ ਭੈਣ ਭਰਾ ਅਗਰ ਬਾਹਰ ਜਾਂਦੇ ਨੇ, ਤੁਸੀਂ ਵੀ ਵੱਡੇ ਹੋ, ਸਿਆਣੇ ਹੋ, ਮਾਸਕ ਦੀ ਵਰਤੋਂ ਕਰਕੇ ਜਾਓ। ਬਿਨਾਂ ਮਾਸਕ ਤੋਂ ਬਾਹਰ ਨਾ ਨਿਕਲੋ। ਲਗਾਤਾਰ ਹੱਥਾਂ ਨੂੰ ਧੋਂਦੇ ਰਹੋ, ਕਿਉਂਕਿ ਲਗਾਤਾਰ ਹੱਥ ਧੋਣਾ ਸਾਬਣ ਦੇ ਨਾਲ 20 ਸੈਕਿੰਡ ਤੱਕ ਹੀ ਇਸ ਦਾ ਬਚਾਅ ਹੈ, ਆਪਣਾ ਵੀ ਅਤੇ ਦੂਸਰਿਆਂ ਦਾ ਵੀ। ਸੋ ਸਾਰੇ ਅਧਿਆਪਕ ਸਾਥੀਆਂ ਅਤੇ ਮਾਪਿਆਂ ਦਾ ਵੀ ਸਵਾਗਤ ਕਰਦੇ ਹੋਏ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਹੋਰ ਕਰਨਾ ਚਾਹਾਂਗਾ ਅਧਿਆਪਕ ਸਾਥੀਆਂ ਅੱਗੇ ਕਿ ਪਲੀਜ਼ ਇਸ ਨੂੰ ਆਪਣੇ ਸੈਂਟਰ, ਬਲਾਕ ਔਰ ਡਿਸਟ੍ਰਿਕਟ ਗਰੁੱਪ 'ਚ ਜ਼ਰੂਰ ਸਾਂਝਾ ਕਰੋ, ਤਾਂ ਕਿ ਬੱਚੇ ਪੰਜਵੀਂ ਦੇ ਜਿਹੜੇ ਪੋਸਟ ਦਾ ਟੈਸਟ ਕਰ ਰਹੇ ਨੇ, ਜਦੋਂ ਇਸ ਵੀਡੀਓ ਨੂੰ ਦੇਖਣਗੇ, ਅਭਿਆਸ ਕਰਨਗੇ, ਦੁਹਰਾਈ ਕਰਨਗੇ ਤਾਂ ਉਹਨਾਂ ਦੀ ਕਾਫੀ ਮਦਦ ਹੋਏਗੀ। ਸਾਡਾ ਮਕਸਦ ਵੀ ਕੰਪਲੀਟ ਹੋਏਗਾ। ਅਸੀਂ ਉਹਨਾਂ ਤੱਕ ਜਿਹੜਾ ਹੈ ਇਹ ਜਾਣਕਾਰੀ, ਸਿਲੇਬਸ ਵੀ ਪੁੱਜਦਾ ਕਰ ਰਹੇ ਹੋਵਾਂਗੇ। ਸੋ ਜ਼ਰੂਰ ਸ਼ੇਅਰ ਕਰੋ। ਸੋ ਬੱਚਿਓ, ਹੁਣ ਸਵਾਲ ਨੰਬਰ 4 'ਤੇ ਚੱਲਦੇ ਹਾਂ। ਹੇਠ ਲਿਖੀਆਂ ਜਾਂ ਹੇਠ ਦਿੱਤੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਜਿਸਤ ਸੰਖਿਆਵਾਂ ਲੱਭੋ। ਜਿਸ ਤਰ੍ਹਾਂ ਮੈਂ ਪਿਛਲੇ 2 ਵੀਡੀਓ ਦੇ ਵਿੱਚ ਮੈਂ ਕਾਫੀ ਕੁਛ ਕਲੀਅਰ ਕਰ ਚੁੱਕਾ ਕਿ ਜਿਸਤ ਅਤੇ ਟਾਂਕ ਸੰਖਿਆਵਾਂ ਕੀ ਹੁੰਦੀਆਂ ਨੇ, ਜਿਹੜਾ ਕਿ ਆਪਣਾ ਟੌਪਿਕ ਹੈ ਲਘੁੱਤਮ ਸਮਾਵਰਤਕ ਅਤੇ ਮਹੱਤਮ ਸਮਾਵਰਤਕ, ਉਹਦੇ ਤਹਿਤ ਹੀ ਆ ਰਿਹਾ। ਸੋ ਜਿਸ ਸੰਖਿਆਵਾਂ ਬੇਟਾ ਉਹ ਸੰਖਿਆਵਾਂ ਹੁੰਦੀਆਂ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਵੀਡੀਓ 'ਚ ਦੱਸ ਚੁੱਕਾ ਕਿ ਜਿਸ ਸੰਖਿਆਵਾਂ ਜਿਹੜੀਆਂ 2 ਨਾਲ ਭਾਗ ਹੋ ਜਾਂਦੀਆਂ ਨੇ ਉਹ ਜਿਸ ਸੰਖਿਆਵਾਂ ਹੁੰਦੀਆਂ ਨੇ, ਜਿਹੜੀਆਂ 2 ਨਾਲ ਭਾਗ ਨਹੀਂ ਹੁੰਦੀਆਂ ਉਹ ਟਾਂਕ ਸੰਖਿਆਵਾਂ ਹੁੰਦੀਆਂ ਨੇ। ਸੋ ਜਿਸ ਤਰ੍ਹਾਂ ਮੈਂ ਕੱਲੀ ਅਤੇ ਜੋਟੇ ਦਾ ਤੁਹਾਨੂੰ ਉਦਾਹਰਨ ਦੇ ਕੇ ਸਮਝਾਇਆ ਸੀ ਕਿ ਕੱਲੀ ਮਤਲਬ ਕਿ ਸਾਰਿਆਂ ਦੇ ਜੋਟੇ ਬਣਾਉਂਦੇ ਜਾਓ, 2 ਦੇ ਜੋਟੇ ਬਣਾਉਂਦੇ ਜਾਓ। ਇਸ ਤਰ੍ਹਾਂ ਤੁਸੀਂ ਮਲਟੀਪਲ 4 ਦੇ ਜੋਟੇ ਵੀ ਬਣਾ ਸਕਦੇ ਹੋ, 8 ਦੇ ਵੀ ਬਣਾ ਸਕਦੇ ਹੋ, 16 ਦੇ ਵੀ ਬਣਾ ਸਕਦੇ ਹੋ। ਮਤਲਬ 2 ਦੇ ਪਹਾੜੇ ਵਿੱਚ ਜਿੰਨੇ ਵੀ ਆਉਂਦੇ ਨੇ ਉਹ ਜੋਟੇ ਬਣ ਸਕਦੇ ਨੇ, ਠੀਕ ਹੈ। 20 ਤੱਕ ਦੇ ਜੋਟੇ ਤੁਸੀਂ ਬਣਾ ਸਕਦੇ ਹੋ, 40 ਦੇ ਬਣਾ ਸਕਦੇ ਹੋ, 60 ਦੇ ਬਣਾ ਸਕਦੇ ਹੋ, ਠੀਕ ਹੈ। ਮਤਲਬ ਉਹਦੇ ਮਲਟੀਪਲ ਬਣਾ ਸਕਦੇ ਹੋ, ਉਸਦੇ ਗੁਣਾਕ ਬਣਾ ਸਕਦੇ ਹੋ, ਠੀਕ ਹੈ। ਇਹ ਨਹੀਂ ਹੈ ਕਿ ਤੁਸੀਂ 2 ਦੇ ਵਿੱਚ ਤੁਸੀਂ 15 ਦਾ ਜੋਟਾ ਵੀ ਬਣਾ ਸਕਦੇ ਹੋ, ਇਸ ਤਰ੍ਹਾਂ ਨਹੀਂ। 15 ਇੱਕ ਜੋਟਾ ਨਹੀਂ ਬਣੇਗਾ, ਉਹ ਇਕੱਲੀ 'ਚ ਆ ਜਾਏਗਾ, ਕਿਉਂਕਿ 14 ਦਾ ਜੋਟਾ ਬਣਦਾ ਹੈ, 15ਵੀਂ ਜਿਹੜੀ ਉਹ ਇਕੱਲੀ ਦੇ ਵਿੱਚ ਆ ਜਾਏਗੀ। ਸੋ ਆਪਾਂ ਇਹ ਗੇਮ ਖੇਡਦੇ ਵੀ ਰਹੇ ਹਾਂ ਬਚਪਨ ਦੇ ਵਿੱਚ, ਤੁਹਾਨੂੰ ਮੈਂ ਸਾਰਾ ਸਮਝਾਇਆ ਸੀ। ਇਕੱਲੀ ਅਤੇ ਜੋਟੇ ਦੀ ਸਾਰੀ ਦੀ ਸਾਰੀ ਵਿਸਥਾਰ ਨਾਲ ਤੁਹਾਨੂੰ ਮੈਂ ਚਰਚਾ ਕੀਤੀ ਸੀ ਕਿ ਕੀ ਹੈ। ਇਹੀ ਜਿਸਤ ਅਤੇ ਟਾਂਕ ਸੰਖਿਆ ਹੈ। ਸੋ ਅੱਜ ਅਸੀਂ ਇਸ ਨੂੰ ਅੱਗੇ ਕਰਦੇ ਹੋਏ ਇਸ ਸਵਾਲ 'ਤੇ ਪਹੁੰਚੇ ਹਾਂ। ਇਹ ਸਵਾਲ ਹੈ ਕਿ ਇਹਦੇ ਵਿੱਚ ਤੁਸੀਂ ਜਿਹੜੇ ਸਮੂਹ ਦਿੱਤੇ ਗਏ ਨੇ, ਸਮੂਹ ਮਤਲਬ ਜਿਹੜੇ ਪੂਰੀ ਦੀ ਪੂਰੀ ਲਾਈਨ ਦਿੱਤੀ ਗਈ ਹੈ। ਜਿਸ ਤਰ੍ਹਾਂ ਪਹਿਲੀ ਜਿਹੜੀ ਹੈ ਇਹ ਲਾਈਨ ਹੈ, ਇਹਦੇ ਵਿੱਚ ਤੁਸੀਂ ਜਿਸਤ ਸੰਖਿਆਵਾਂ ਜਿਹੜੀਆਂ ਨੇ ਉਹ ਲੱਭਣੀਆਂ ਨੇ। ਸੋ ਪਹਿਲੀ ਲਾਈਨ ਮੈਂ ਚੁਣ ਲਈ ਹੈ, ਸਾਰੇ ਬੱਚੇ ਨੇ ਪਹਿਲੀ ਲਾਈਨ ਸਿਲੈਕਟ ਕਰ ਲੈਣੀ ਹੈ। ਇਸ ਤਰ੍ਹਾਂ ਮੇਰੇ ਵਾਂਗੂ ਨਹੀਂ ਕਰਨੀ, ਮੈਂ ਤੁਹਾਨੂੰ ਸਿਰਫ ਸਮਝਾਉਣ ਵਾਸਤੇ ਇਹ ਲਾਈਨ ਜਿਹੜੀ ਹੈ ਉਹ ਗੋਲਾ ਲਾਇਆ ਹੈ। ਤੁਸੀਂ ਸਿਰਫ ਇੱਥੇ ਨਿੱਕੇ ਨਿੱਕੇ ਗੋਲੇ ਲਾਉਣੇ ਨੇ, ਇਹਨਾਂ 'ਚ ਜਿਸ ਸੰਖਿਆਵਾਂ ਜਿਹੜੀਆਂ ਲੱਭਣੀਆਂ ਨੇ। ਸੋ ਜਿਹੜੀ ਵੀ ਸੰਖਿਆ ਸਮਾਪਤ ਹੋ ਰਹੀ ਹੈ, ਧਿਆਨ ਨਾਲ ਨੋਟ ਕਰੋ, ਉਹ ਸਾਰੀਆਂ ਜਿਸਤ ਹੋਣਗੀਆਂ। ਜਿਹੜੀ ਸੰਖਿਆ 2, 4, 6, 8 ਅਤੇ 0, ਇਹਨਾਂ ਸੰਖਿਆਵਾਂ ਨਾਲ ਕੋਈ ਵੀ ਸੰਖਿਆ ਸਮਾਪਤ ਹੋ ਰਹੀ ਹੈ ਬੇਟਾ, ਉਹ ਜਿਸਤ ਸੰਖਿਆ ਹੋਵੇਗੀ। ਜਿਹੜੀ ਇਹਨਾਂ ਨਾਲ ਸਮਾਪਤ ਨਹੀਂ ਹੋ ਰਹੀ, ਮਤਲਬ ਜਿਹੜੀ 3 'ਚ ਆ ਰਹੀ ਹੈ, 5 'ਚ ਆ ਰਹੀ ਹੈ, 7 'ਚ ਆ ਰਹੀ ਹੈ, 9 'ਚ ਆ ਰਹੀ ਹੈ, ਜਾਂ 1 ਦੇ ਨਾਲ ਸਮਾਪਤ ਹੋ ਰਹੀ ਹੈ, ਉਹਦੇ ਨਾਲ ਹਮੇਸ਼ਾ ਟਾਂਕ ਸੰਖਿਆ ਹੀ ਹੋਵੇਗੀ। ਸੋ ਚਲੋ ਦੇਖਦੇ ਹਾਂ ਜਿਸ ਸੰਖਿਆਵਾਂ ਕਿਹੜੀਆਂ ਕਿਹੜੀਆਂ ਨੇ। ਪਹਿਲੇ ਦੇ ਵਿੱਚ ਇੱਕ ਹੈ 12 ਨੰਬਰ। 12 ਸੰਖਿਆ ਜਿਹੜੀ ਜਿਸਤ ਹੈ। 34 ਜਿਸਤ ਹੈ, 16 ਜਿਸਤ ਹੈ ਅਤੇ 28 ਜਿਸਤ ਹੈ। ਤੁਸੀਂ ਇਸ ਤਰ੍ਹਾਂ ਗੋਲਾ ਲਗਾ ਸਕਦੇ ਹੋ। ਦੂਸਰੀ ਦੇ ਵਿੱਚ ਕਿਹੜੀ ਕਿਹੜੀ ਜਿਸਤ ਹੈ? 48, 72, 90, ਠੀਕ ਹੈ। 2 ਸਵਾਲ ਤੁਹਾਡੇ ਹੱਲ ਹੋ ਗਏ। ਤੀਸਰੇ 'ਤੇ ਚੱਲਦੇ ਹਾਂ। ਹੁਣ ਦੇਖੋ, ਪਹਿਲੀ ਦੇ ਵਿੱਚ ਮੈਂ ਸਮਝਾਇਆ ਸੀ 0 ਆ ਗਈ ਤਾਂ ਵੀ ਜਿਸ ਸੰਖਿਆ। ਸੋ ਪਹਿਲੀ 'ਚ ਆ ਜਾਏਗੀ 450, ਫਿਰ ਆ ਜਾਏਗੀ
8 ਲੱਗਾ ਹੋਇਆ ਮਗਰ 8 ਲੱਗਾ ਹੋਇਆ ਤੇ ਵੀ ਜਿਸਤ ਹੋਵੇਗੀ, ਮਗਰ 4 ਲੱਗਾ ਹੋਇਆ ਇਹ ਵੀ ਜਿਸਤ ਹੋਵੇਗੀ, ਮਗਰ 8 ਲੱਗਾ ਹੋਇਆ ਇਹ ਵੀ ਜਿਸਤ ਹੋਏਗੀ। ਇਸੇ ਤਰ੍ਹਾਂ ਹੀ ਡੀ 'ਚ ਆ ਜਾਓ, 6 ਲੱਗਾ ਹੋਇਆ 456 ਜਿਸਤ ਹੋਏਗੀ, 8 ਲੱਗਾ ਹੋਇਆ 968 ਜਿਹੜੀ ਹੈ ਇਹ ਵੀ ਜਿਸਤ ਹੋਏਗੀ, 4 ਲੱਗਾ ਹੋਇਆ 604 ਇਹ ਵੀ ਜਿਸਤ ਹੋਏਗੀ, ਔਰ 8 ਲੱਗਾ ਹੋਇਆ 888 ਇਹ ਵੀ ਜਿਸਤ ਹੋਏਗੀ। ਇਸ ਤੋਂ ਇਲਾਵਾ ਨੈਕਸਟ ਚੱਲਦੇ ਹਾਂ, 136 ਇਹ ਵੀ ਜਿਸਤ ਹੋਏਗੀ, 446 ਇਹ ਵੀ ਜਿਸਤ ਹੋਏਗੀ, 1278 8 ਲੱਗਾ ਹੈ ਇਹ ਵੀ ਜਿਸਤ ਹੋਏਗੀ, ਬਾਕੀ ਨਹੀਂ ਹੋਏਗੀ। ਇਸ ਤੋਂ ਅੱਗੇ 168 8 ਲੱਗਾ ਹੈ ਜਿਸਤ ਹੋਏਗੀ, 5864 4 ਲੱਗਾ ਹੈ ਅੱਗੇ ਵੀ ਜਿਸਤ ਹੋਏਗੀ। ਇਹ ਦੋਨੋਂ ਸੰਖਿਆ ਜਿਸਤ ਹੋਣਗੀਆਂ, ਬਾਕੀ ਜਿਸਤ ਨਹੀਂ ਹੋਣਗੀਆਂ, ਟਾਂਕ ਹੋਣਗੀਆਂ, ਕਿਉਂਕਿ ਉਹ 2 0 4 6 8 ਨਾਲ ਸਮਾਪਤ ਨਹੀਂ ਹੋ ਰਹੀਆਂ। ਸੋ ਪੰਜਵੇਂ ਸਵਾਲ ਤੇ ਪਹੁੰਚਦੇ ਹਾਂ। ਇਹਨਾਂ ਵਿੱਚ ਹੁਣ ਬੇਟਾ ਆਪਾਂ ਟਾਂਕ ਸੰਖਿਆਵਾਂ ਜਿਹੜੀਆਂ ਨੇ ਉਹ ਲੱਭਣੀਆਂ ਨੇ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਸੀ ਕਿ 1 3 5 7 ਤੇ 9 ਜਿਹੜੀਆਂ ਇਹਨਾਂ ਸੰਖਿਆਵਾਂ ਨਾਲ ਸਮਾਪਤ ਹੋਣ ਵਾਲੀਆਂ ਸੰਖਿਆਵਾਂ ਨੇ ਬੇਟਾ ਉਹ ਟਾਂਕ ਸੰਖਿਆਵਾਂ ਹੋਣਗੀਆਂ। ਚਲੋ ਲੱਭੀਏ। ਪਹਿਲੇ ਵਿੱਚ 11 23 19 35, ਬੀ ਵਿੱਚ 45 69 ਤੇ 97, ਸੀ ਵਿੱਚ 451 215 799 ਤੇ 983, ਡੀ ਵਿੱਚ 237 ਤੇ 739, ਈ ਵਿੱਚ 631 135 249 1279 ਤੇ 2851। ਹੁਣ ਆਪਾਂ ਨੈਕਸਟ ਵੇਖ ਲੈਂਦੇ ਹਾਂ। 49 49 765 1729 9261 ਤੇ 6859। ਬੇਟਾ ਇਹ ਨੋਟ ਕਰ ਲਓ। ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਸਾਰਾ ਨੋਟ ਕਰ ਸਕਦੇ ਹੋ, ਆਪਣੀਆਂ ਕਿਤਾਬਾਂ ਉੱਪਰ। ਅਗਲਾ ਹੈ ਖਾਲੀ ਥਾਵਾਂ ਭਰੋ। 4 ਗੁਣਾ 9 ਬਰਾਬਰ 36 ਵਿੱਚ 36 ਦੇ ਗੁਣਨਖੰਡ ਲਿਖੋ। ਬੇਟਾ ਜਿਹੜਾ ਅਗਲੇ ਬੰਨੇ ਲਿਖੇ ਹੋਏ ਨੇ ਇਹੀ ਇਹਦੇ ਗੁਣਨਖੰਡ ਨੇ। ਕਿਉਂ ਇਹਦੇ ਗੁਣਨਖੰਡ ਨੇ? ਮੈਂ ਤੁਹਾਨੂੰ ਸਮਝਾਇਆ ਸੀ ਕਿ ਗੁਣਜ ਅਤੇ ਗੁਣਨਫਲ, ਗੁਣਨਖੰਡ ਤੇ ਗੁਣਨਫਲ ਅਲੱਗ-ਅਲੱਗ ਹੁੰਦੇ ਨੇ, ਕਿਉਂਕਿ ਜਿਹੜੇ ਗੁਣਨਖੰਡ ਹੁੰਦੇ ਨੇ ਉਹ ਦਿੱਤੀ ਹੋਈ ਸੰਖਿਆ ਦੇ ਟੇਬਲ ਹੁੰਦੇ ਨੇ, ਪਹਾੜੇ ਹੁੰਦੇ ਨੇ, ਜਾਂ ਉਹਨਾਂ ਵਿੱਚ ਉਹਨਾਂ ਨਾਲ ਭਾਗ ਹੋਣ ਵਾਲੀ ਸੰਖਿਆ ਹੁੰਦੀ ਹੈ। ਠੀਕ ਹੈ। ਸੋ ਜਿਹੜੇ ਗੁਣਜ ਹੁੰਦੇ ਨੇ ਉਹ ਪਹਾੜੇ ਹੁੰਦੇ ਨੇ। ਠੀਕ ਹੈ। ਸੋ ਇਹਦੇ ਵਿੱਚ ਗੁਣਜ ਪੁੱਛੇ ਉਹਨਾਂ ਨੇ ਅਤੇ ਗੁਣਨਖੰਡ ਕਿਹੜੇ ਨੇ, ਬਰਾਬਰ ਇੱਕ ਗੱਲ ਹੀ ਹੁੰਦੀ ਹੈ। ਸੋ ਇਹਦੇ ਵਿੱਚ 4 ਅਤੇ 9 ਹਨ, ਕਿਉਂਕਿ 4 ਨਾਲ 36 ਹੁੰਦੇ ਆ ਅਤੇ 9 ਚੌਕੇ 36 ਹੁੰਦੇ। 2 ਦੇ ਗੁਣਨਖੰਡ ਸਾਡੇ ਸਾਹਮਣੇ ਨੇ। ਠੀਕ ਹੈ। ਸਵਾਲ ਨੰਬਰ ਬੀ 'ਤੇ ਚੱਲਦੇ ਹਾਂ। 7 ਬਰਾਬਰ 56 ਵਿੱਚ 56 ਦੇ ਗੁਣਨਖੰਡ ਕਿਹੜੇ ਨੇ? ਉਸੇ ਤਰ੍ਹਾਂ ਹੀ ਤੁਸੀਂ ਲਿਖ ਦੇਣੇ ਨੇ, 8 ਅਤੇ 7। ਇਸ ਤਰ੍ਹਾਂ ਹੀ 3 ਗੁਣਾ 5 ਗੁਣਾ 6 ਬਰਾਬਰ 90 ਵਿੱਚ ਕਿਹੜੇ ਨੇ? 3 5 ਤੇ 6। ਇਸ ਤਰ੍ਹਾਂ ਹੀ 8 ਗੁਣਾ 10 ਬਰਾਬਰ 80 ਵਿੱਚ 8 ਅਤੇ 10 ਦਾ ਕਿਹੜਾ ਗੁਣਜ ਹੈ? ਹੁਣ ਇਹ ਤੁਸੀਂ ਦੱਸੋ।
8 ਗੁਣਾ 10 80 ਵਿੱਚ 8 ਅਤੇ 10 ਦਾ ਗੁਣਜ ਕਿਹੜਾ ਹੈ? ਗੁਣਜ 80 ਹੀ ਹੈ ਬੇਟਾ। ठीक है, 8 ਅਤੇ 10 ਦਾ ਗੁਣਜ ਪੁੱਛਿਆ ਉਹਨੇ, ਗੁਣਨਖੰਡ ਨਹੀਂ ਪੁੱਛਿਆ। ठीक है, तो गुणज ਪੁੱਛਿਆ ਤੇ 80 ਦਾ ਹੈ। ठीक है, अगला है 2 गुणा 3 गुणा 5 बराबर 30 ਵਿੱਚ ਕਿਹੜੇ ਸਾਡੇ ਸਾਹਮਣੇ ਗੁਣਜ ਦਾ ਗੁਣਜ 30 ਹੈ। 30 ਦੇ ਗੁਣਜ ਪੁੱਛੇ ਕਿਹੜੇ ਹੈ? ਉਹ ਹੈ 2 3 ਤੇ ਉਸੇ ਤਰ੍ਹਾਂ ਹੀ 5। ठीक है बेटा, समझ लग गई? वेरी गुड। ਤੁਸੀਂ ਵੀਡੀਓ ਨੂੰ ਦੁਬਾਰਾ ਵੇਖ ਸਕਦੇ ਹੋ ਜਾਂ ਪਿੱਛੇ ਕਰਕੇ ਦੇਖ ਸਕਦੇ ਹੋ, ਅਗਰ ਸਮਝ ਨਹੀਂ ਲੱਗਦੀ ਅੱਛੀ ਤਰ੍ਹਾਂ ਸਮਝ ਲੱਗ ਜਾਏਗੀ। ਸਵਾਲ ਨੰਬਰ 7 ਤੇ ਚੱਲਦੇ ਬੇਟਾ। ਇਹ ਗਲਤ ਲਿਖੋ, ਬੜੇ ਆਸਾਨ ਨੇ ਵੀ। ਅਗਰ ਤੁਹਾਨੂੰ ਪਿਛਲੇ ਗੁਣਜ ਅਤੇ ਗੁਣਨਫਲ ਦੀ ਸਮਝ ਆ ਗਈ ਹੈ ਤਾਂ ਤੁਸੀਂ ਬੜਾ ਆਸਾਨੀ ਨਾਲ ਇਸ ਨੂੰ ਕਰ ਸਕਦੇ ਹੋ। 24 ਦਾ ਗੁਣਨਖੰਡ ਹੈ। ਹਾਂ ਬਿਲਕੁਲ ਹੈ, ਕਿਉਂਕਿ ਖੁਦ ਸੰਖਿਆ ਦਾ ਗੁਣਨਖੰਡ ਹੁੰਦੀ ਹੈ 1 ਅਤੇ 24 ਹਰੇਕ ਸੰਖਿਆ ਦਾ ਆਪਣਾ ਗੁਣਨਖੰਡ ਹੁੰਦੀ ਹੈ। ਕਹਿਣ ਦਾ ਭਾਵ ਕਿ ਸੰਖਿਆ ਖੁਦ ਔਰ 1 ਇਹ ਆਪਣੇ ਆਪ ਦਾ ਗੁਣਨਖੰਡ ਜ਼ਰੂਰ ਹੁੰਦੀ ਹੈ। ਸੋ ਇੱਥੇ ਕੀ ਆਏਗਾ? ਸਹੀ ਆਏਗਾ, ਟਿਕ ਲੱਗੇਗੀ। ਠੀਕ ਹੈ, ਸੰਖਿਆ 2 ਹਰੇਕ ਦਾ ਗੁਣਨਖੰਡ ਹੈ। ਨਹੀਂ ਬੇਟਾ, ਸਿਰਫ ਇੱਕ ਅਤੇ ਖੁਦ ਜਿਹੜੀ ਸੰਖਿਆ ਹੈ ਉਹੀ ਆਪਣਾ ਜਿਹੜਾ ਹੈ ਉਹ ਗੁਣਨਖੰਡ ਹੁੰਦੀ ਹੈ। ਠੀਕ ਹੈ, 2 ਨਹੀਂ ਹੈ, ਇਸ ਕਰਕੇ ਆਪਾਂ ਇੱਥੇ ਕੀ ਲਾਵਾਂਗੇ? क्रॉस लावांगे। अगला है 24 जित संख्या है। बिल्कुल जित संख्या है बेटा, क्योंकि 4 लगा होया है। मैं तेन समझाया सी 0 2 4 6 ते 8 आ जे तो वो जित संख्या होंदी है संख्या के अखीर में। सो आप इत्थे टिक लावांगे। अगला है बेटा 134 टांग संख्या है। टांग संख्या किस तरह है बेटा? गलत है ना, क्योंकि 4 लगा होया है। क्योंकि 1 3 5 7 9 ये संख्या आवे अखीर में संख्या दे तां वो टांग संख्या होंदी है। इस करके ये टांग संख्या नहीं है, क्रॉस लगेगा। अगे ई है, हरेक संख्या का गुणज अनंत होंदे हैं। नहीं बेटा, इस तरह नहीं होंदा। दसो हुंदा कि नहीं हुंदा? अनंत किस तरह होंदे ने? अनंत मीनस के कई सारे होंदे ने, क्योंकि 2 तो ऑलरेडी होंदे। मान लो कोई भी संख्या तुसीं लै लो, मान लो मैं 37 लै लैना। 1 ਅਤੇ 37 ਜਿਹੜੇ ਨੇ ਉਹ खुद अपने गुण ते है ही है ने, गुणनखंड है ही है ने। ठीक है, सो हरेक संख्या के ਜਿਹੜੇ ਗੁਣਜ ਆ ਉਹ ਅਨੰਤ ਹੁੰਦੇ ਹਨ। छत्ती 5 ਅਤੇ 7 ਦਾ ਗੁਣਜ ਹੈ। ਦੱਸੋ ਬੇਟਾ ਸਹੀ ਹੈ? ਜਿਹੜੀ 36 ਸੰਖਿਆ ਹੈ ਇੱਥੇ ਮੈਂ ਲਿਖ ਦੇਣਾ 36, ਇਹ 5 ਅਤੇ 7 ਦਾ ਗੁਣਜ ਹੈ। ਕੀ ਇਹ 5 ਦਾ ਗੁਣਜ ਹੈ? ਪਹਿਲਾਂ ਇਹ ਦੇਖੋ, 5 ਦਾ ਗੁਣਜ ਨਹੀਂ ਹੈ, ਨਾ ਹੀ ਇਹ 7 ਦਾ ਗੁਣਜ ਹੈ, ਕਿਉਂਕਿ 5 7 35 ਹੁੰਦੇ ਨੇ ਤੇ 7 5 35 ਹੁੰਦੇ ਨੇ, 36 ਕਦੀ ਵੀ ਨਹੀਂ ਹੁੰਦੇ। ਸੋ ਇਹ ਗਲਤ ਹੋਏਗਾ। ठीक है बेटा, अगे जी 2 जिस संख्यावां दा जोड़ हमेशा टांक हुंदा है। देखिए भला जोड़ के 2 च जिस संख्यावां लैने आ, मान लो एक लै लेने 8, दूसरी लै लेने 4। कि इन्हां दोवां जिस संख्यावां दा जोड़ जिहड़ा वो टांक हुंदा है? नहीं, क्योंकि जिस ती आ रहा है, इस करके भी गलत होएगा। तो क्रॉस लावांगे। अगला है सब तो छोटी जिस संख्या 0 है। नहीं, सब तो छोटी जिस संख्या बेटा हमेशा याद रखो 2 होंदी है, 0 जिस संख्या नहीं है। ठीक है बेटा, सो ये भी गलत है। जिन्ने मैं निशानी लाई पहले बेटा तुसी अपने नोट कर लो या वीडियो में पॉज करके नोट कर लो। अगे चलते हैं। आप एच ते सी, एच वाला भी गलत होएगा।
क्योंकि जिस संख्या जी 2 तो शुरू होंगी है। इस तो अगे है 152 टांग संख्या है नहीं, क्योंकि संख्या देखिए 2 आ रहा है, इस करके जिस संख्या है ये टांग संख्या नहीं है, इत्थे भी क्रॉस आएगा, गलत आएगा। अगला है एक अंक वालियां जिस संख्यावां 5 हैं। एक अंक वाली जी संख्या होए, एक अंक वाली जिस संख्यावां 5 है, किहड़ी भला मैं समझाया सी तुहानूं कि जिस संख्या किहड़ी सब तो छोटी किहड़ी है 2। जीरो जरूर आउंदी है क्योंकि जीरो पर उस संख्या च नहीं आउंदी, क्योंकि संख्या जीरो संख्या नहीं होंदी। ठीक है, इस तो अगे 4 6 8 ये 4 ही संख्या बनदियां ने, इस करके 5 नहीं है, ये भी गलत होएगा। ठीक है, एक अंक वाली संख्यावां ना, एक अंक वाली 4 ही जिस संख्यावां ने 5 नहीं है। अगे सवाल नंबर 8, गुणनखंड पैटर्न समझो अते करो। जिस तरह पहले विच देखो 12 नूं 3 नाल गुणा किया गया है, और 12 नूं 4 ते डिवाइड किया गया है। ठीक है, इसदा मतलब की है, आओ समझने की कोशिश करते हैं। क्योंकि 4 तियां किन्ने हुंदे ने 12, और 4 बच गया तो 4 2 दूनी 4, मतलब कहने का भाव कि गुणज बनाए ने। ठीक है, और गुणखंड जिहड़े तैयार किए गए ने। और इस तो इलावा हुण बीच देखते हैं। हुण आपां देखते हैं 18 जिहड़े आ इहदे किहड़े गुणज बनते हैं। ठीक है, किहड़े गुणखंड तैयार होंदे ने इन्हां तों, वो है 6 3 18। ठीक है ना, इन्हें बनते हैं, पर आप इसनों 9 गुणा 2 भी लिख सकते हैं। चलो आप 9 गुणा 2 ही लिखते हैं, पहले सौखा रहेगा। 9 2 18, तो आप 9 नूं अगों फिर डिवाइड करते हैं, 3 तियां 9, ये साडा आंसर आ जाएगा। इसी तरह 20 है, तो किन्ने दूणा 20 हुंदा है, छोटी तो छोटी संख्या तो शुरू करना होंदा है। 10 दूणा 20, जिस तरह आप है छोटी तो छोटी संख्या 2 है ना, 2 नाल 18 होंदे, इस तरह 10 दूणा या 2 दा 20, और 10 नूं अगों फिर आप किन्ने च डिवाइड करांगे, 2 5 10, ये साडा आंसर आ जाएगा। सारे बच्चे नोट कर लो। अगे है सवाल नंबर 9, ध्यान नाल समझो बेटा। इन्हां दे गुणखंड अते गुणज बनाए गए ने, और गुणनफल तैयार कीते ने नाल नाल। इहदे विच है बेटा, जिस तरह तुहाडे सामने है कि 39 किस तरह प्राप्त होया है, 39 किस तरह प्राप्त होया है, 13 तियां 39। ठीक है ना, इस तरह आप होर पैटर्न बना सकते हैं। 38 है, तो किन्ने दूण 38 हुंदे ने, 19 दूण 38 हुंदे ने, एक है पैटर्न बन गया। ठीक है, उस तो इलावा साढ़े को अगला है 85, तो 17 5 85 हुंदे ने, एक ये बन गया। ठीक है, उस तो इलावा अगला देखते हैं 13 तियां 39, ये पहलों बनाया होया आपां। ठीक है, यह जिहड़ा इस तो इलावा है 11 7 77, ये भी पैटर्न कंप्लीट हो गया। सारे पैटर्न आ गए ना इहदे ही। इस तरह तुसीं सुंदर करके इसनूं लिख सकते हो। अगला सवाल देख लेने बेटा, ते करो, बड़ा आसान है ये भी। जिस तरह पहले भी दस्या गया है कि टांक संख्या है। किस तरह टांक संख्या है, क्योंकि बिल्लियां दे 2 2 दे जोड़े बन गए, एक बिल्ली इकली रह गई, इकली का मतलब टांक। ठीक है, इस तरह ही जोड़े बनाते जाओ, 4 जोड़े बन गए, टांक नहीं है, एक ही बन गया जिस्त।
इस तरह बेटा कैप्स देख लेने। कैप जिसने कि टांक ने, एक जोड़ा बन गया, दो जोड़े बन गए, लेकिन एक कैप इकली रह गई, इसका मतलब ये टांक है। अगे एक सेब का जोड़ा या टमाटर है, टमाटर का जोड़ा, एक और टमाटर का जोड़ा, और एक टमाटर सिंगल रह गया, ये भी टांक है। ठीक है बेटा। अगे कप देख लेने जोड़े बना के। एक जोड़ा, दो, तीन, चार, पाँच, एक ही है, पूरे पूरे जोड़े बन गए, कोई कप इकल्ला नहीं बचिया, इस करके जिस्त। अगे बेटा दो तरह के छोटे छोटे कवितावां के रूप च, पहला है जिस्त ते टांक संख्या बारे, ते दूसरा है गुणनफल अते गुणज बारे। ये बड़े सोहने तरीके नाल तुसीं पढ़ने ने, मैं एक बार तुहानूं पढ़ के दसदा हाँ, बड़े ही मज़ेदार ने। 2 4 6 8 ते 0 जिस दे पिछे लग जावे, संख्या वह जिस तय हुंदी जिन्नी मर्जी वध जावे। ऊपर सारा मैं करके आए ना आपां। 1 3 5 7 ते 9 जिस दे पिछे आवन, संख्या जिन्नी मर्जी वध जावे, टांक अखवावन। ये याद करना बेटा, बड़ा ही सुंदर है समझने वास्ते। अगे है कुछ संख्यावां दी गुणा करन ते उत्तर है जो आउंदा, वह उत्तर ही उन्हां संख्यावां दा गुणनफल अखवाउंदा। समझ आ गई ना। गुणनफल दियां उच्चियां संख्यावां यह गुणनखंड अखवाउंदे, गुणनफल फिर खुद उन्हां दा गुणज आपे बन जांदे। ठीक है। सो आई होप कि वीडियो तुहानूं चंगा लगा होएगा। सारा अपना बुक्स ते काम कर लेना है, घरां 'च रहना, सेफ रहना, सुरक्षित रहना है, लगातार हत्थां नाल धोंदे रहना है बेटा, क्योंकि कंडीशन वर्स्ट तो वर्स्ट हो रही है। सो ये कंडीशन जी बैड तो वर्स्ट हो रही है, इस तो बचने वास्ते आपां जिहड़ी सुरक्षा अपनाउणी है, हत्थां नाल धोंदे रहना है, लगातार आपां 2 बारी इशनान करना है, चंगी खुराक लैनी है, विटामिन सी नाल भरपूर आपां खुराक लैनी है, उहदियां टैबलेट्स भी मिलदियां ने, भी लै सकदे हो। सो अध्यापक साथियों नूं बेनती है कि अपने ग्रुप दे विच जिहड़े ग्रुप सेंटर और ब्लॉक ग्रुप अंडर बने हैं उन्हें शेयर कर सकते हो, अपनी क्लास के बच्चों नाल शेयर करो, ताकि MCQ के रूप में जिहड़े क्वेश्चन उन्होंने आने ने PAS तहत वो उन्होंने सॉल्व करने समर्थ हो सकन। सो बच्चों अगली वीडियो फिर मिलते हैं। सारिਆਂ ਦਾ बहुत बहुत धन्यवाद। सारिਆਂ ਨੂੰ सत श्री अकाल।